तो साथ साथ मैं बेनती कर रहा कि पिछले हफ्ते ਇਹ ਸਵਾਲ ਅਸੀਂ ਡਿਸਕਸ ਕਰ ਰਹੇ ਸਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਪਹਿਲੇ ਆਉਂਦਾ, ਰਾਗ ਦਾ ਨਾਮ ਬਾਅਦ ਚ ਆਉਣਾ ਚਾਹੀਦਾ, ਪਰ ਛਾਪੇ ਦੀਆਂ ਬੀੜੀਆਂ ਵਿੱਚ ਕਾਫੀ ਫਰਕ ਪੈ ਗਿਆ। ਹੱਥ ਲਿਖਤ ਬੀੜੀਆਂ ਵਿੱਚ ਪਹਿਲਾਂ ਹੀ ਸੀਗਾ, ਪਰ ਛਾਪੇ ਦੀ ਬੀੜਾਂ ਵਿੱਚ ਕਈ ਤਰ੍ਹਾਂ ਦੇ ਇਹੋ ਜਿਹੇ ਅੰਤਰ ਆ ਗਏ ਨੇ ਜਿਹੜੇ ਜਲਦੀ ਹੱਲ ਨਹੀਂ ਹੋ ਰਹੇ। ਤੋ ਉਹਦੇ ਸੰਬੰਧ ਵਿੱਚ ਹੀ ਇੱਕ ਹੋਰ ਜਿਹੜਾ ਕੁਐਸਚਨ ਉਹਨਾਂ ਵੱਲੋਂ ਆਇਆ ਭੈਣ ਜੀ ਵੱਲੋਂ, ਸਿਮਰਤ ਕੌਰ ਜੀ USA ਤੋਂ, ਉਹ ਕਹਿੰਦੇ ਨੇ ਕਿ ਸਿੱਖ ਮਿਸ਼ਨਰੀ ਕਾਲਜ ਵੱਲੋਂ ਛਾਪੇ ਜਾਂਦੇ ਗੁਟਕਿਆਂ ਵਿੱਚ ਮੂਲ ਮੰਤਰ ਪਹਿਲੇ ਲਿਖਿਆ ਜਾਵੇਗਾ। ਕੀ ਤੁਸੀਂ ਵਿਚਾਰ ਕਰਨ ਲੱਗਿਆ ਵੀ ਇਸ ਗੱਲ ਦਾ ਖਿਆਲ ਰੱਖੋਗੇ? ਦੋ ਕੁਐਸਚਨ ਹੋ ਗਏ। ਇੱਕ ਤੇ ਜਿਹੜੇ ਗੁਟਕੇ ਸਿੱਖ ਮਿਸ਼ਨਰੀ ਕਾਲਜ ਛਾਪਦਾ ਵੀ ਆਇਆ, ਉਹਨਾਂ ਤੇ ਮੂਲ ਮੰਤਰ ਪਹਿਲੇ ਲਿਖਿਆ ਜਾਏਗਾ ਕਿ ਨਹੀਂ। ਦੂਸਰਾ ਹੈ ਕਿ ਜੇ ਆਪਾਂ ਜਿਵੇਂ ਆਪਾਂ ਹੁਣ ਵਿਚਾਰ ਕਰ ਰਹੇ ਹਾਂ ਜਾਂ ਸਾਡੇ ਪ੍ਰਚਾਰਕ ਜਿਹੜੇ ਨੇ ਉਹ ਜਿਸ ਵੇਲੇ ਵਿਚਾਰ ਕਰਦੇ ਨੇ, ਆਇਆ ਇਸ ਗੱਲ ਦਾ ਖਿਆਲ ਰੱਖਦੇ ਨੇ ਕਿ ਨਹੀਂ। ਮੈਂ ਬੇਨਤੀ ਕਰਾਂਗਾ ਵੀਰ ਹਰਜੀਤ ਸਿੰਘ ਜੀ ਨੂੰ ਵੀ ਇਹਦਾ ਉੱਤਰ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਵਾਬ ਜਿਹੜਾ ਸਵਾਲ ਦਾ ਦੂਜਾ ਹਿੱਸਾ ਉਹਦਾ ਦੇ ਰਿਹਾ। ਸਿੱਖ ਮਿਸ਼ਨਰੀ ਕਾਲਜ ਬਿਲਕੁਲ ਵਿਚਾਰਧਾਰਾ ਸਪਸ਼ਟ ਹੈ ਕਿ ਮੂਲ ਮੰਤਰ ਹਮੇਸ਼ਾ ਹੀ ਪਹਿਲਾਂ ਹੋਣਾ ਚਾਹੀਦਾ। ਰਾਗ ਦੀ ਆਰੰਭਤਾ ਤੋਂ ਪਹਿਲਾਂ ਮੂਲ ਮੰਤਰ ਹੈ, ਉਸ ਤੋਂ ਬਾਅਦ ਜੋ ਰਾਗ ਦਾ ਨਾਮ ਹੈ ਉਹ ਹੋਣਾ ਚਾਹੀਦਾ ਹੈ। ਪੁਰਾਤਨ ਸਰੂਪ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਲਦੇ ਹਨ, ਉਹਨਾਂ ਦੇ ਵਿੱਚ ਵੀ ਮੂਲ ਮੰਤਰ ਸੱਜੇ ਪਾਸੇ ਲਿਖਿਆ ਹੋਇਆ ਮਿਲਦਾ ਹੈ ਔਰ ਰਾਗ ਜਿਹੜਾ ਸੀ ਉਹ ਖੱਬੇ ਪਾਸੇ ਥੱਲੇ ਹੁੰਦਾ ਸੀ। ਪਰ ਹੌਲੀ ਹੌਲੀ ਸੰਪਰਦਾਵਾਂ ਦੇ ਦਬਾਅ ਥੱਲੇ ਆ ਕੇ ਜਾਂ ਛਾਪੇ ਦੀਆਂ ਬੀੜਾਂ ਜਦੋਂ ਬਣੀਆਂ ਤਾਂ ਇਸ ਗੱਲ ਦਾ ਖਿਆਲ ਹੀ ਨਹੀਂ ਰੱਖਿਆ ਗਿਆ ਕਿ ਮੂਲ ਮੰਤਰ ਜਿਹੜਾ ਹੈ ਉਹ ਪਹਿਲਾਂ ਹੋਣਾ ਚਾਹੀਦਾ ਜਾਂ ਬਾਅਦ 'ਚ ਹੋਣਾ ਚਾਹੀਦਾ ਹੈ। ਇਸ ਗੱਲ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਗਿਆ ਤੇ ਉਹ ਕਿਤੇ ਮੂਲ ਮੰਤਰ ਦਾ ਸਰੂਪ ਪਹਿਲਾਂ ਦੇ ਦਿੱਤਾ ਗਿਆ, ਕਈ ਜਗ੍ਹਾ ਉੱਤੇ ਮੂਲ ਮੰਤਰ ਦਾ ਸਰੂਪ ਜਿਹੜਾ ਸੀ ਉਹ ਬਾਅਦ ਵਿੱਚ ਦੇ ਦਿੱਤਾ ਗਿਆ। ਤਾਂ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਇਹ ਪੂਰੀ ਵਿਚਾਰਧਾਰਾ ਬੜੀ ਸਪਸ਼ਟ ਹੈ ਕਿ ਮੂਲ ਮੰਤਰ ਦਾ ਸਰੂਪ ਜਿਹੜਾ ਹੈ ਉਹ ਪਹਿਲਾਂ ਹੀ ਹੋਣਾ ਚਾਹੀਦਾ ਹੈ ਔਰ ਪ੍ਰਚਾਰਕ ਜਿਹੜੇ ਹਨ ਉਹਨਾਂ ਨੂੰ ਵੀ ਇਹ ਹਦਾਇਤ ਹੈ ਕਿ ਜਦੋਂ ਅਸੀਂ ਆਪਣੇ ਵਿਚਾਰ ਕਰੀਏ ਜਾਂ ਆਰੰਭ ਕਰੀਏ ਤਾਂ ਮੂਲ ਮੰਤਰ ਨੂੰ ਪਹਿਲਾਂ ਹੀ ਪੜ੍ਹ ਲਿਆ ਜਾਏ, ਪੜ੍ਹਨਾ ਚਾਹੀਦਾ ਹੈ। ਦੂਸਰੀ ਬੇਨਤੀ ਗੁਟਕਾ ਸਾਹਿਬ ਦੇ ਸੰਬੰਧ ਵਿੱਚ ਹੈ ਵੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਗੁਟਕੇ ਜੋ ਛਾਪੇ ਜਾਂਦੇ ਹਨ ਉਹਨਾਂ ਵਿੱਚ ਮੂਲ ਮੰਤਰ ਦਾ ਸਰੂਪ ਕਿਸ ਤਰ੍ਹਾਂ ਲਿਖਿਆ ਗਿਆ ਹੈ। ਇਹ ਲੰਬਾ ਚੌੜਾ ਇਹਦਾ ਸਿਲਸਿਲਾ ਹੈ ਇਸ ਗੱਲ ਨੂੰ ਡਿਸਕਸ ਕਰਨ ਦਾ। 2007 ਦੇ ਵਿੱਚ ਇਸ ਗੱਲ ਦੇ ਉੱਤੇ ਸਾਡੀ ਕਿਸੇ ਨੇ ਸ਼ਿਕਾਇਤ ਕੀਤੀ ਸੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਸਿੱਖ ਮਿਸ਼ਨਰੀ ਕਾਲਜ ਜੋ SGPC ਵੱਲੋਂ ਛਪੇ ਹੋਏ ਗੁਟਕੇ ਹਨ ਉਹਨਾਂ ਦੇ ਮੁਤਾਬਕ ਆਪਣੇ ਗੁਟਕੇ ਨਹੀਂ ਛਾਪਦੇ। ਉਸ ਮੁਤਾਬਕ ਫਿਰ ਸਾਨੂੰ ਜਾ ਕੇ ਇਹ ਗੱਲ ਦੱਸਣੀ ਪਈ ਵੀ ਇਹ ਗੁਟਕੇ ਸਾਡੇ ਅਸੀਂ ਨਾਲ ਲੈ ਕੇ ਗਏ ਸੀ ਜਿਹੜੇ ਸਿੱਖ ਮਿਸ਼ਨਰੀ ਕਾਲਜ ਦੇ ਛਪਦੇ ਹਨ, ਨਿਤਨੇਮ ਦੇ ਗੁਟਕੇ, ਸੁਖਮਨੀ ਸਾਹਿਬ ਦੇ ਗੁਟਕੇ। 3 ਸਾਈਜ਼ ਦੇ ਵਿੱਚ ਗੁਟਕੇ ਹਨ, ਇੱਕ ਵੱਡਾ ਸਾਈਜ਼ ਹੈ, ਇੱਕ ਮੀਡੀਅਮ ਸਾਈਜ਼ ਹੈ, ਇੱਕ ਛੋਟਾ ਪਾਕਟ ਸਾਈਜ਼ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਛੋਟਾ ਸਾਈਜ਼ ਹੈ। 3 ਸਾਈਜ਼ ਦੇ ਗੁਟਕੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਇਹ ਨਿਤਨੇਮ ਦੇ ਗੁਟਕੇ, ਨਿਤਨੇਮ ਤੇ ਹੋਰ ਬਾਣੀਆਂ ਜਿਹਦਾ ਸਿਰਲੇਖ ਹੈ, ਤੇ ਦੂਸਰੇ ਹਨ ਸੁਖਮਨੀ ਸਾਹਿਬ, ਇਹ ਛਪੇ ਜਾਂਦੇ ਹਨ ਔਰ ਇਹਨਾਂ ਬਾਣੀਆਂ ਦੇ ਸਟੀਕ ਵੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਛਾਪੇ ਹੋਏ ਹਨ। ਜਿੱਥੇ ਬਾਕੀ ਲਿਟਰੇਚਰ ਛਾਪਿਆ ਹੋਇਆ ਉੱਥੇ ਨਿਤਨੇਮ ਦੀਆਂ ਬਾਣੀਆਂ ਤੇ ਹੋਰ ਬਾਣੀਆਂ ਦੇ ਸਟੀਕ ਵੀ ਮਿਸ਼ਨਰੀ ਕਾਲਜ ਵੱਲੋਂ ਛਾਪੇ ਜਾਂਦੇ ਹਨ। ਤਾਂ ਉਸ ਸਮੇਂ ਵਿਚਾਰ ਚਰਚਾ ਤੋਂ ਬਾਅਦ ਇਹ ਨਿਰਣਾ ਜਾਂ ਹਦਾਇਤ ਕੀਤੀ ਗਈ ਵੀ ਤੁਸੀਂ ਗੁਟਕੇ ਆਪਣੀ ਮਰਜ਼ੀ ਮੁਤਾਬਕ ਨਹੀਂ ਛਾਪ ਸਕਦੇ। ਜਿਹੜੇ ਗੁਟਕੇ SGPC ਨੇ ਛਾਪੇ ਹੋਏ ਹਨ ਤੁਹਾਨੂੰ ਉਸੇ ਮੁਤਾਬਕ ਹੀ ਗੁਟਕੇ ਛਾਪਣੇ ਪੈਣਗੇ। ਜੇ ਤੁਸੀਂ ਨਹੀਂ ਛਾਪਣੇ ਤਾਂ ਗੁਟਕੇ ਛਾਪਣੇ ਬੰਦ ਕਰ ਦਿਓ, ਲਿਟਰੇਚਰ ਛਾਪਣਾ ਬੰਦ ਕਰ ਦਿਓ। ਉਸ ਮੁਤਾਬਕ ਨਹੀਂ ਹੋ ਸਕਦਾ ਵੀ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ। ਹਾਲਾਂਕਿ ਜੋ ਠੀਕ ਮਰਿਆਦਾ ਹੈ ਉਹ ਫਿਰ ਮੈਂ ਬੇਨਤੀ ਕਰ ਰਿਹਾ ਕਿ ਮੂਲ ਮੰਤਰ ਪਹਿਲਾਂ ਹੀ ਹੋਣਾ ਚਾਹੀਦਾ ਹੈ। ਉਸ ਵਿੱਚ ਫਿਰ ਕਾਲਜ ਦੀ ਜਿਹੜੀ ਉਸ ਵੇਲੇ ਦੀ ਪੰਚਾਇਤ ਸੀ ਉਹ 'ਚ ਮਸਲਾ ਉੱਠਿਆ। ਫਿਰ ਇਹ ਫੈਸਲਾ ਕੀਤਾ ਗਿਆ ਵੀ ਜਾਂ ਇਹਨੂੰ ਬੰਦ ਕਰਨ ਦੀ ਬਜਾਏ ਸਾਡਾ ਨੁਕਸਾਨ ਬੜਾ ਵੱਡਾ ਹੋਏਗਾ, ਕਿਉਂਕਿ ਗੁਟਕੇ ਜਾਂ ਸਟੀਕ ਜਿਹੜੇ ਬਾਜ਼ਾਰ 'ਚ ਮਿਲਦੇ ਹਨ ਉਹਨਾਂ ਦੇ ਵਿੱਚ ਪਾਠ ਦਾ ਜਿਹੜੇ ਲਿਖੇ ਹੋਏ ਸ਼ਬਦ ਹਨ ਉਹ ਵੀ ਕਾਫੀ ਗਲਤੀਆਂ ਹਨ, ਤਰੁੱਟੀਆਂ ਹਨ ਉਹਦੇ ਵਿੱਚ। ਤੇ ਇਹਦੇ ਦੂਜਾ ਇਹ ਗੁਟਕੇ ਵਿਸਰਾਮ ਵਾਲੇ ਹਨ, ਜਿੱਥੇ ਵਿਸਰਾਮ ਅਸੀਂ ਲਾ ਨਹੀਂ ਸਕਦੇ, ਕੌਮਾ ਲਾ ਨਹੀਂ ਸਕਦੇ,
ਲੇਕਿਨ ਸਪੇਸ ਦੇ ਕੇ ਛਾਪੇ ਹੋਏ ਹਨ। ਟ੍ਰਿਪਲ ਸਪੇਸ ਦੇਣ ਦਾ ਅਰਥ ਹੈ ਕਿ ਉਹਦੇ ਅਸੀਂ ਆਰੰਭ ਵਿੱਚ ਹੀ ਇਹ ਗੱਲ ਲਿਖੀ ਹੋਈ ਹੈ ਕਿ ਜਿੱਥੇ ਇੱਥੇ ਸਪੇਸ ਦਿੱਤੀ ਗਈ ਹੈ, ਜੋ ਟ੍ਰਿਪਲ ਸਪੇਸ ਦਿੱਤੀ ਗਈ ਹੈ, ਤਾਂ ਉਹਦੇ ਵਿੱਚ ਉਹਨੂੰ ਕੌਮਾ ਲਾ ਕੇ ਭਾਵ ਉੱਥੇ ਰੁਕ ਕੇ ਪਾਠ ਕੀਤਾ ਜਾਵੇ। ਹੁਣ ਦੋ ਹੀ ਆਪਸ਼ਨ ਸਾਡੇ ਕੋਲ ਸੀ, ਜਾਂ ਤਾਂ ਇਸੇ ਇਹਨੂੰ ਬੰਦ ਕਰ ਦਿੰਦੇ ਉਸੇ ਟਾਈਮ, ਤੇ ਜਾਂ ਇਹ ਆਪਸ਼ਨ ਸੀ ਵੀ ਜਿਸ ਤਰ੍ਹਾਂ ਹੁਣ ਗੁਟਕੇ ਛਾਪਦੇ ਹਨ ਉਸ ਤਰ੍ਹਾਂ ਛਾਪ ਦਈਏ। ਇਹ ਫੈਸਲਾ ਹੋਏਗਾ, ਉਹਦਾ ਨੁਕਸਾਨ ਜ਼ਿਆਦਾ ਹੋਏਗਾ। ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦੇ ਲਈ ਬੜਾ ਜ਼ਰੂਰੀ ਹੈ। ਮੂਲ ਮੰਤਰ ਦਾ ਸਰੂਪ ਜੋ ਅਸੀਂ ਸਾਰੇ ਪ੍ਰਚਾਰਕ ਆ ਉਹ ਤਾਂ ਅਸੀਂ ਆਰੰਭ ਵਿੱਚ ਹੀ ਪੜ੍ਹਦੇ ਹਾਂ, ਪਰ ਜੋ ਹੁਣ ਗੁਟਕੇ SGPC ਵੱਲੋਂ ਛਪੇ ਹੋਏ ਹਨ ਉਹਦੇ ਮੁਤਾਬਕ ਹੀ ਅਜੇ ਤੱਕ ਸਿੱਖ ਮਿਸ਼ਨ ਕਾਲੇ ਵੱਲੋਂ ਗੁਟਕੇ ਜਿਹੜੇ ਹਨ ਉਹ ਛਾਪੇ ਜਾਂਦੇ ਹਨ। ਜੋ 2007 ਦੇ ਵਿੱਚ ਮਿਲੇ ਹੋਏ ਹਦਾਇਤਾਂ ਦੇ ਮੁਤਾਬਕ ਉਹ ਅਸੀਂ ਉਹਨਾਂ ਨੂੰ ਇਹਦੇ ਬਾਰੇ ਲਿਖਤੀ ਵੀ ਦੇ ਚੁੱਕੇ ਹਾਂ। ਵਾਰ-ਵਾਰ ਹੋਰ ਵਿਦਵਾਨਾਂ ਦੇ ਵਿਚਾਰ ਵੀ ਇੱਥੇ ਭੇਜੇ ਗਏ ਹਨ ਵੀ ਇਹ ਸਰੂਪ ਪਹਿਲਾਂ ਹੀ ਹੋਣਾ ਚਾਹੀਦਾ ਹੈ, ਪਰ ਇਹਦੇ ਬਾਰੇ ਕਿਸੇ ਨੇ ਅਜੇ ਤੱਕ ਵੀ ਵਿਚਾਰ ਕਰਨ ਦੀ ਨਾ ਤਾਂ ਕੋਈ ਮੀਟਿੰਗ ਸੱਦੀ ਹੈ, ਨਾ ਹੀ ਸ਼ਾਇਦ ਕੋਈ ਨਿਕਟ ਭਵਿੱਖ ਵਿੱਚ ਵਿਚਾਰ ਹੋਣ ਦੀ ਕੋਈ ਸੰਭਾਵਨਾ ਹੈ, ਕਿਉਂਕਿ ਅਜੇ ਤੱਕ ਸੰਪਰਦਾਇ ਵਿਚਾਰਧਾਰਾ ਜਿਹੜੀ ਹੈ ਉਹ ਉੱਥੇ ਹਾਵੀ ਹੈ, ਜਿਸ ਕਰਕੇ ਇਹ ਮੁੱਦੇ ਨੂੰ ਨਾ ਛੇੜਿਆ ਗਿਆ ਹੈ ਤੇ ਨਾ ਛੇੜਿਆ ਜਾਏਗਾ। ਤੋ ਅਸੀਂ ਬਿਲਕੁਲ ਸਪਸ਼ਟ ਹਾਂ ਕਿ ਇਹ ਸਰੂਪ ਜਿਹੜਾ ਮੂਲ ਮੰਤਰ ਦਾ ਹੈ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇਹ ਹਮੇਸ਼ਾ ਹੀ ਰਾਗ ਤੋਂ ਪਹਿਲਾਂ ਹੋਣਾ ਚਾਹੀਦਾ ਹੈ, ਉਹਦਾ ਉਚਾਰਨ ਵੀ ਪਹਿਲਾਂ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਮਜਬੂਰ ਕੀਤਾ ਗਿਆ ਕਿਉਂ ਜਾਂ ਤੇ ਪ੍ਰਚਾਰ ਦਾ ਕੰਮ ਛੱਡੀਏ, ਪਰ ਸਾਡੀ ਤਰਾਸਦੀ ਕੌਮ ਦੀ ਇਹ ਹੈ ਕਿ ਇਸ ਗੱਲ ਨੂੰ ਹੋਇਆ ਵੀ 2007 ਤੇ ਹੁਣ 2020 ਖਤਮ ਹੋਣ ਵਾਲਾ ਹੈ। 13 ਸਾਲ ਤੋਂ ਉੱਤੇ ਸਮਾਂ ਹੋ ਗਿਆ ਬਈ ਅੱਜ ਤੱਕ ਵੀ ਇਹ ਸਾਡੀ ਬੇਨਤੀ ਤੋਂ ਬਾਅਦ ਵੀ ਜਾਂ ਇਸ ਡਿਸਕਸ਼ਨ ਤੋਂ ਬਾਅਦ ਵੀ ਅੱਜ ਤੱਕ ਸਾਡੀ ਜਿਹੜੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਉਹਨੇ ਕੋਈ ਇਹਦਾ ਨਿਰਣਾ ਨਹੀਂ ਲਿਆ। ਸਿਰਫ ਇਹ ਹੀ ਨਹੀਂ, ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਬਗੈਰ ਸਾਡੇ ਸਾਹਮਣੇ ਆਉਂਦੀਆਂ ਵੀ ਨੇ, ਜਿਨ੍ਹਾਂ ਬਾਰੇ ਰਹਿਤ ਮਰਿਆਦਾ ਵਿੱਚ ਬਕਾਇਦਾ ਲਿਖਿਆ ਕਿ ਇਹਦੇ ਬਾਰੇ ਸਿੱਖ ਪੰਥ ਫੈਸਲਾ ਕਰੇ। ਕਦੋਂ ਕਰੇਗਾ? ਅੱਧੀ ਸਦੀ ਬੀਤ ਗਈ ਹੈ, ਨਹੀਂ ਹੋਈ। ਤਾਂ ਹੋਣੇ ਚਾਹੀਦੇ ਨੇ। ਤਾਂ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਨ ਨੇ ਆਪੋ ਆਪਣੇ ਇਲਾਕੇ ਦੇ, ਅਸੀਂ ਉਹਨਾਂ ਨੂੰ ਵੀ ਗਾਇਬ ਜ਼ਰੂਰ ਕਹੀਏ। ਇਹ ਠੀਕ ਹੈ ਕਿ ਐਡੀ ਜਲਦੀ ਅਸਰ ਨਹੀਂ ਹੋਣ ਵਾਲਾ, ਪਰ ਚਲੋ ਸਾਡਾ ਫਰਜ਼ ਬਣਦਾ ਹੈ ਉਹਨਾਂ ਨੂੰ ਕਹਿਣਾ ਕਿ ਅਸੀਂ ਨਹੀਂ ਕਹਿੰਦੇ ਕਿ ਫਲਾਣੇ ਦੀ ਗੱਲ ਹੈ, ਜਿਹੜੀ ਸਹੀ ਗੱਲ ਹੈ ਉਹ ਹੋਣੀ ਚਾਹੀਦੀ ਹੈ ਤੇ ਸੰਗਤਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ। ਵੀਰ ਹਰਜੀਤ ਸਿੰਘ ਦਾ ਧੰਨਵਾਦ, ਜਿਨ੍ਹਾਂ ਨੇ ਇਹ ਪੂਰਾ ਡਿਟੇਲ ਔਰ ਬੈਕਗਰਾਊਂਡ ਦੇ ਨਾਲ ਦੱਸਿਆ। ਔਰ ਮੈਂ ਉਮੀਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਸਵਾਲ ਭੇਜਿਆ, ਭੈਣ ਜੀ ਨੇ, ਭੈਣ ਸਿਮਰਤ ਕੌਰ ਜੀ ਨੇ, ਉਹਨਾਂ ਨੇ ਵੀ ਇਹ ਸਵਾਲ ਉੱਤਰ ਸੁਣ ਲਿਆ ਔਰ ਉਹਨਾਂ ਦਾ ਉੱਤਰ ਵੀ ਆ ਗਿਆ ਨਾਲ ਹੀ ਗਰੁੱਪ ਚੈਟ ਤੇ ਕਿ ਠੀਕ ਹੈ, ਥੈਂਕਸ। ਸੋ ਆਪ ਜੀ ਦਾ ਬੜਾ ਬਹੁਤ ਧੰਨਵਾਦ ਹੈ ਜੀ। ਮੈਂ ਬੇਨਤੀ ਕਰਾਂਗਾ ਵੀ ਸੰਗਤਾਂ ਨੂੰ ਬਈ ਇਹੋ ਜਿਹੀਆਂ ਗੱਲਾਂ ਜ਼ਰੂਰ ਪੁਆਇੰਟ ਆਊਟ ਕੀਤੀਆਂ ਜਾਣ, ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਭ ਦੇ ਨੋਟਿਸ ਵੀ ਨਹੀਂ ਹੋ ਸਕਦੀਆਂ ਔਰ ਆਮ ਸੰਗਤ ਜਿਹੜੀ ਹੈ ਉਹ ਵੀ ਇਹਨੂੰ ਮਿਲ ਕੇ ਸਾਂਝੇ ਆਪਣੇ ਵਿਚਾਰ ਜਿਹੜੀ ਦੇ ਸਕਦੀ ਹੈ। ਬਹੁਤ ਬਹੁਤ ਧੰਨਵਾਦ ਭੈਣ ਜੀ ਆਪ ਜੀ ਦਾ ਵੀ, ਵੀਰ ਹਰਜੀਤ ਸਿੰਘ ਦਾ ਵੀ।